ਅੱਜ ਇੱਕ ਖਾਸ ਗੱਲਬਾਤ ਕਰਨ ਦੇ ਲਈ ਅਸੀਂ ਏਐਮਸੀ ਇੰਸ਼ੋਰੈਂਸ ਤੇ ਪਹੁੰਚੇ ਹਾਂ। ਮਸਲਾ ਆਟੋ ਇੰਸ਼ੋਰੈਂਸ ਦਾ ਆ। ਅਸੀਂ ਆਪਣੇ ਵਹੀਕਲ ਦਾ ਇੰਸ਼ੋਰੈਂਸ ਕਰਵਾਉਂਦੇ ਹਾਂ। ਕਈ ਵਾਰੀ ਬਹੁਤ ਸਾਰੇ ਲੋਕ ਇੰਡੀਆ ਜਾਂਦੇ ਆ ਜਾਂ ਕਿਤੇ ਚਲੇ ਜਾਂਦੇ, 1 ਮਹੀਨੇ ਦੇ ਲਈ ਉਹ ਇੰਸ਼ੋਰੈਂਸ ਨੂੰ ਹੋਲਡ ਕਰਵਾ ਸਕਦੇ ਆ ਜਾਂ ਉਹਨੂੰ ਕਟਾ ਸਕਦੇ ਆ। ਕਿਹੜੀ ਚੀਜ਼ ਜ਼ਿਆਦਾ ਫਾਇਦੇ ਵਾਲੀ ਰਹਿੰਦੀ ਹੈ? ਕੋਈ ਵਹੀਕਲ ਤੁਸੀਂ ਨਹੀਂ ਵਰਤਣਾ, ਉਹ ਖੜਾ ਆ ਅਤੇ ਉਹਦਾ ਇੰਸ਼ੋਰੈਂਸ ਚੱਲਦਾ ਰਹਿਣ ਦੇਣਾ ਫਾਇਦੇ 'ਚ ਆ, ਜਾਂ ਉਹਦੇ ਕਟਾਉਣ ਅਤੇ ਦੁਬਾਰਾ ਉਹਨੂੰ ਰੀਨਿਊ ਕਰਨ ਦੇ ਵਿੱਚ ਉਹਦੀ ਕਿੰਨੀ ਫੀਸ ਹੁੰਦੀ ਆ, ਕੀ ਪਲੇਟਸ ਦੁਬਾਰਾ ਲੈਣੀਆਂ ਪੈਂਦੀਆਂ? ਵਹੀਕਲ ਖੜਾ ਆ, ਉਹਦਾ ਖੜੇ ਦਾ ਵੀ ਕੋਈ ਇੰਸ਼ੋਰੈਂਸ ਹੁੰਦਾ ਜੇ ਤੁਸੀਂ ਨਹੀਂ ਚਲਾਉਣਾ? ਇਹਦੇ ਸੰਬੰਧੀ ਅਸੀਂ ਅੱਜ ਗੱਲਬਾਤ ਕਰਨੀ ਆ ਗੁਰਨੀਤ ਕੌਰ ਹੋਣਾ ਦੇ ਨਾਲ। ਗੁਰਨੀਤ ਜੀ, ਕਿਸੇ ਬੰਦੇ ਨੇ ਜਾਣਾ ਆ 1 ਮਹੀਨੇ ਦੇ ਲਈ, ਵਹੀਕਲ ਨਹੀਂ ਵਰਤਣਾ, ਇੰਸ਼ੋਰੈਂਸ ਹੋਲਡ ਕਰਵਾ ਸਕਦਾ ਵੀ 15 ਦਿਨ ਜਾਂ ਮਹੀਨੇ ਲਈ ਹੋਲਡ ਕਰ ਦਿਓ? ਹਾਂਜੀ, ਆਈਸੀਬੀਸੀ ਕੋਈ ਵੀ ਇੰਸ਼ੋਰੈਂਸ ਹੋਲਡ ਨਹੀਂ ਕਰਦੀ। ਸੋ ਈਦਰ ਤੁਸੀਂ ਕੈਂਸਲ ਕਰਵਾ ਸਕਦੇ ਆ ਜਾਂ ਤੁਸੀਂ ਕਵਰੇਜ ਰਿਡਿਊਸ ਕਰਵਾ ਸਕਦੇ ਆ। ਸੋ ਕੋਈ ਉਹਦਾ ਵਿੱਚ ਤੁਸੀਂ ਹੋਲਡ ਨਹੀਂ ਕਰਾ ਸਕਦੇ, ਤੁਸੀਂ ਪੌਜ਼ ਨਹੀਂ ਕਰਾ ਸਕਦੇ ਵੀ ਮੈਂ ਹੁਣ 10 ਦਿਨ ਲਈ ਯੂਜ਼ ਨਹੀਂ ਕਰਨੀ, ਮੈਂ ਵਕੇਸ਼ਨ 'ਤੇ ਚੱਲਾਂ ਆ ਅਤੇ ਮੈਨੂੰ ਕਾਰ ਨਹੀਂ ਚਾਹੀਦੀ, ਅਤੇ ਤੁਸੀਂ ਹੋਲਡ ਨਹੀਂ ਕਰਾ ਸਕਦੇ। ਤੁਸੀਂ ਕਵਰੇਜ ਰਿਡਿਊਸ ਕਰਵਾ ਸਕਦੇ ਆ ਜਾਂ ਤੁਸੀਂ ਕੈਂਸਲ ਕਰਵਾ ਸਕਦੇ ਆ ਇੰਸ਼ੋਰੈਂਸ। ਅਤੇ ਇਹਦੇ 'ਚ ਕੈਂਸਲ ਕਰਵਾਉਣ ਦੀ ਫੀਸ ਕਿੰਨੀ ਹੁੰਦੀ ਹੈ ਅਤੇ ਦੁਬਾਰਾ ਫਿਰ ਸ਼ੁਰੂ ਕਰਵਾਉਣਾ, ਕੀ ਉਹ ਜ਼ਿਆਦਾ ਮਹਿੰਗਾ ਪੈਂਦਾ ਜਾਂ ਇਹਦਾ ਕੋਈ ਕੈਲਕੂਲੇਸ਼ਨ ਹੁੰਦੀ ਹੈ? ਜੀ ਸੋ ਬੇਸਿਕਲੀ ਅਸੀਂ ਕੀ ਰਿਕਮੈਂਡ ਕਰਦੇ ਹਾਂ, ਤੁਸੀਂ 10 ਦਿਨਾਂ ਦੇ ਟ੍ਰਿਪ ਲਈ ਆਊਟ ਆਫ ਕੰਟਰੀ ਜਾ ਰਹੇ ਹੈਗਾ, ਤੁਸੀਂ ਵਹੀਕਲ ਨਹੀਂ ਯੂਜ਼ ਕਰਨਾ, ਸੋ ਅਸੀਂ ਰਿਕਮੈਂਡ ਨਹੀਂ ਕਰਦੇ ਕੈਂਸਲੇਸ਼ਨ, ਬਿਕਾਜ਼ ਆਫਟਰ ਆਲ $30 ਤੁਹਾਡੇ ਕੈਂਸਲੇਸ਼ਨ ਚਾਰਜਸ ਲੱਗਣੇ ਆ। ਫਿਰ ਤੋਂ ਅਸੀਂ ਨਵੀਆਂ ਪਲੇਟਾਂ ਲੈਣੀਆਂ, ਫਿਰ ਤੁਸੀਂ ਅਨਰੋਲਮੈਂਟ ਮੰਥਲੀ ਇਨਰੋਲਮੈਂਟ ਹੋਣਾ ਆ। ਸੋ ਰਫਲੀ ਅਰਾਊਂਡ ਤੁਹਾਨੂੰ $100 ਦੀ ਕੋਸਟ ਅਗੇਨ ਲੱਗ ਜਾਣੀ ਆ। ਸੋ ਜੇ ਤੁਸੀਂ ਲੈਸ ਦੈਨ 4 ਵੀਕਸ ਜਾਂਦੇ ਹੈਗੇ ਆ, ਇਟਸ ਬੈਟਰ ਟੂ ਕੀਪ ਦ ਸੇਮ ਇੰਸ਼ੋਰੈਂਸ। ਕਟਾਉਣ ਦਾ ਫਾਇਦਾ ਨਹੀਂ ਹੈਗਾ। ਪਰ ਜੇ 4 ਵੀਕ ਜਾਂ 4 ਵੀਕ ਤੋਂ ਉੱਤੇ ਜਾ ਰਹੇ ਆ, ਦੈਨ ਸਮਟਾਈਮ ਆਪਾਂ ਕੰਸੀਡਰ ਕਰਦੇ ਹਾਂ ਵੀ ਤੁਸੀਂ ਕੈਂਸਲ ਕਰਾ ਲਓ, ਵਿਲ ਸੇਵ ਲਿਟਲ ਮੋਰ ਮਨੀ। ਉਸ ਤੋਂ ਬਾਅਦ ਫਿਰ ਪਲੇਟਸ ਨਵੀਆਂ ਮਿਲਦੀਆਂ? ਸੋ ਜਦੋਂ ਇੱਕ ਵਾਰੀ ਇੰਸ਼ੋਰੈਂਸ ਕੋਈ ਵੀ ਕੈਂਸਲ ਹੋ ਜਾਂਦੀ ਆ, ਉਹ ਪਲੇਟ ਦੁਬਾਰਾ ਯੂਜ਼ੇਬਲ ਨਹੀਂ ਹੁੰਦੀ। ਸੋ ਤੁਹਾਨੂੰ ਨਵੀਆਂ ਪਲੇਟਾਂ ਲੈਣੀਆਂ ਪੈਂਦੀਆਂ। ਨਵੀਆਂ ਪਲੇਟਾਂ ਦੇ ਅਗੇਨ ਚਾਰਜਸ ਲੱਗਦੇ ਆ $18। ਤੁਸੀਂ ਮੰਥਲੀ ਪੇਮੈਂਟ 'ਤੇ ਜਾਣਾ ਹੈ, ਤੁਹਾਨੂੰ $15 ਫਿਰ ਇਨਰੋਲਮੈਂਟ 'ਤੇ ਲੱਗਦੇ ਆ। ਸੋ ਉਹ ਚਾਰਜਸ ਤੁਹਾਨੂੰ ਲੱਗਣੇ ਆ ਐਵਰੀ ਨਿਊ ਪਲੇਟ 'ਤੇ, ਈਵਨ ਦੋ ਤੁਸੀਂ ਸੇਮ ਓਨਰ ਹੈਗੇ ਆ, ਸੇਮ ਤੁਹਾਡਾ ਵਹੀਕਲ ਵੀ ਤੁਹਾਡੇ ਨਾਂ 'ਤੇ ਸੀਗਾ। ਇਹ ਫੀਸਸ ਐਵਰੀ ਟਾਈਮ ਜਦੋਂ ਨਵੀਂ ਪਲੇਟ ਲੱਗਣੀ ਉਦੋਂ ਇਹ ਐਪਲੀਕੇਬਲ ਲੱਗਦੀਆਂ ਆ। ਅਤੇ ਜਿਹੜਾ ਕਿੰਨਾ ਕੁ ਜਿਹੜਾ ਤੁਹਾਨੂੰ ਲੰਬਾ ਸਮਾਂ ਦੇ ਲਈ ਜਾਓ ਤਾਂ ਉਹਨੂੰ ਕਟਾ ਦੇਣਾ ਚਾਹੀਦਾ, ਜਾਂ ਬਾਰ-ਬਾਰ ਕਟਾਉਣ ਨਾਲ ਦੁਬਾਰਾ ਇੰਸ਼ੋਰੈਂਸ ਕਰਨ ਦੇ ਨਾਲ ਕੋਈ ਇੰਸ਼ੋਰੈਂਸ ਦੇ ਉੱਤੇ ਵੀ ਫਰਕ ਪੈਂਦਾ ਜਾਂ ਉਹ ਓਨਾ ਹੀ ਰਹਿੰਦਾ? ਸੋ ਬੇਸਿਕਲੀ ਅਸੀਂ ਰਿਕਮੈਂਡ ਕਰਦੇ ਹਾਂ, ਜਾਂ ਡਿਪੈਂਡਿੰਗ ਔਨ ਦ ਕਲਾਇੰਟ, ਕਈ ਵਾਰੀ ਕਲਾਇੰਟ ਦਾ ਬਹੁਤ ਘੱਟ ਡਿਸਕਾਊਂਟ ਹੁੰਦਾ ਹੈ ਜਾਂ ਸਰਚਾਰਜਸ ਦੇ ਵਿੱਚ ਹੁੰਦਾ ਜਾਂ ਹੁੰਦਾ ਨਹੀਂ ਡਿਸਕਾਊਂਟ। ਉਸ ਕੇਸ ਦੇ ਵਿੱਚ ਸਮਟਾਈਮ ਕਲਾਇੰਟ ਮੇ ਵੀ ਸੇਵ ਕਰ ਲਵੇ ਜ਼ਿਆਦਾ ਮਨੀ, ਬਟ ਆਈਡੀਅਲ ਇਹ ਹੈਗਾ ਵੀ ਜੇ ਅਸੀਂ ਮੋਰ ਦੈਨ 4 ਵੀਕਸ ਕਾਰ ਨਹੀਂ ਚਲਾਉਣੀ ਹੈਗੀ, ਦੈਨ ਕੈਂਸਲ ਕਰਾਓ, ਬਿਕਾਜ਼ ਅਦਰਵਾਈਜ਼ ਕੈਂਸਲੇਸ਼ਨ ਚਾਰਜਸ, ਕੋਈ ਲਾਇਸੈਂਸ ਫੀਸਸ ਜਿਹੜੀਆਂ ਨਹੀਂ ਰਿਫੰਡੇਬਲ ਹੁੰਦੀਆਂ ਉਹ ਵੀ ਨਹੀਂ ਹੁੰਦੀਆਂ। ਸੋ ਲੈਸ ਦੈਨ 4 ਵੀਕਾਂ ਤੋਂ ਪਹਿਲਾਂ ਜੇ ਤੁਸੀਂ ਨਹੀਂ ਯੂਜ਼ ਕਰਨੀ, ਸੋ ਇਟਸ ਨਾਟ ਰਿਕਮੈਂਡੇਬਲ। ਤੁਸੀਂ ਅਲਟਰਨੇਟਿਵ ਲਾ ਸਕਦੇ ਹੋ। ਤੁਸੀਂ ਜੇ ਤੁਸੀਂ ਕਾਰ ਖੜੀ ਹੈਗੀ ਆ, ਸੋ ਉਹਦੇ ਕੋਲ ਜਿਹੜੀਆਂ ਕਵਰੇਜਸ ਤੁਹਾਨੂੰ ਨਹੀਂ ਚਾਹੀਦੀਆਂ ਖੜੀ ਦੀਆਂ, ਤੁਸੀਂ ਉਹਨੂੰ ਉਹ ਕਢਵਾ ਸਕਦੇ ਆ। ਠੀਕ ਹੈ ਜੀ। ਜਿਹੜੇ ਬਾਰ-ਬਾਰ ਕੈਂਸਲ ਕਰਵਾਉਣ ਦੇ ਨਾਲ, ਮੰਨ ਲਓ 1 ਮਹੀਨੇ ਲਈ ਮੈਂ ਹੁਣ ਕਰਵਾ ਦਿੱਤੀ, ਫਿਰ ਮਹੀਨੇ ਲਈ ਕਰਵਾ ਦਿੱਤੀ, ਇਹਦਾ ਕੋਈ ਇੰਸ਼ੋਰੈਂਸ ਦੇ ਉੱਤੇ ਫਰਕ ਪੈਂਦਾ ਵੀ ਇੰਸ਼ੋਰੈਂਸ ਵੱਧਦੀ ਜਾਂ ਘੱਟਦੀ ਹੈ? ਨਹੀਂ ਉਹਨਾਂ ਕੋਈ ਫਰਕ ਨਹੀਂ ਪੈਂਦਾ। ਤੁਸੀਂ ਜਿੰਨੀ ਵਾਰੀ ਮਰਜ਼ੀ ਪਲੇਟ ਕੈਂਸਲ ਕਰਾ ਲਓ, ਜਿੰਨੀ ਵਾਰੀ ਦੁਬਾਰਾ ਮਰਜ਼ੀ ਲੈ ਲਓ, ਸੇਮ ਡਿਸਕਾਊਂਟ ਤੁਹਾਡਾ ਸੇਮ ਹੀ ਐਪਲੀਕੇਬਲ ਹੋਣਾ, ਪਰ ਫੀਸਸ ਅਗੈਨ ਐਂਡ ਅਗੈਨ ਲੱਗਣੀਆਂ। ਜੇ ਮਹੀਨੇ ਪਹਿਲਾਂ ਤੁਸੀਂ ਪਲੇਟ ਲਈ ਸੀਗੀ, ਹੁਣ ਤੁਸੀਂ ਕੈਂਸਲ ਕਰਾਤੀ, ਦੁਬਾਰਾ ਫਿਰ ਪਲੇਟ ਲਓਗੇ, ਚਾਰਜਸ ਫਿਰ $18 $30 ਸੇਮ ਕੈਂਸਲੇਸ਼ਨ 'ਤੇ ਲੱਗਣੇ ਆ। ਮੇਰੇ ਕੋਲ ਵਹੀਕਲ ਸੀਗਾ, ਉਹਦੀਆਂ ਉਹ ਖ਼ਰਾਬ ਹੋ ਗਿਆ ਜਾਂ ਇੱਦਾਂ ਹੀ ਖੜਾ ਹੈ ਘਰ ਦੇ ਵਿੱਚ, ਮੈਂ ਉਹਦੀ ਇੰਸ਼ੋਰੈਂਸ ਐਕਸਪਾਇਰ ਹੋ ਗਈ, ਕੈਂਸਲ ਨਹੀਂ ਕਰਵਾਈ, ਪਲੇਟਸ ਮੇਰੇ ਕੋਲ ਹੀ ਆ, ਉਹਨੂੰ ਆ ਕੇ ਕੈਂਸਲ ਕਰਵਾਉਣਾ ਜ਼ਰੂਰੀ ਹੈ ਜਾਂ ਉਹਨੂੰ ਐਸ ਸੱਚ ਰਹਿਣ ਦੇ ਆਟੋਮੈਟਿਕਲੀ ਕੈਂਸਲ ਆ? ਸੋ ਇਹ ਡਿਫਰੈਂਟ ਸਿਨੇਰੀਓਸ, ਇਹਦੇ ਵਿੱਚ ਆਪਾਂ ਪਲੇਟਾਂ ਕੈਂਸਲ ਨਹੀਂ ਹੋਈਆਂ ਬਟ ਐਕਸਪਾਇਰਡ ਹੋਈਆਂ ਆ, ਰਾਈਟ। ਸੋ ਜਦੋਂ ਇੰਸ਼ੋਰੈਂਸ ਮੁੱਕ ਜਾਂਦੀ ਆ ਸਰਟਨ ਟਾਈਮ 'ਤੇ ਉੱਤੇ, ਪਰ ਆਪਾਂ ਰੀਨਿਊਲ ਨਹੀਂ ਕਰਵਾਈ, ਫਿਰ ਤੁਸੀਂ ਸੇਮ ਪਲੇਟਾਂ ਉਹ ਯੂਜ਼ ਕਰ ਸਕਦੇ। ਲੈਸੇ ਤੁਸੀਂ 15 ਦਿਨ ਨਹੀਂ ਕਾਰ ਚਾਹੀਦੀ, ਫਿਰ ਉਹ 15 ਦਿਨ ਤੁਸੀਂ ਸੇਮ ਪਲੇਟਾਂ ਰੱਖ ਸਕਦੇ ਆ ਐਕਸਪਾਇਰਡ ਪਲੇਟ ਵਹੀਕਲ 'ਤੇ। ਸੋ ਜੋ ਤੁਸੀਂ 15 ਦਿਨਾਂ ਬਾਅਦ ਜਾਂ 30 ਦਿਨਾਂ ਬਾਅਦ ਜਦੋਂ ਦੁਬਾਰਾ ਤੁਹਾਨੂੰ ਕਾਰ ਚਾਹੀਦੀ ਹੈਗੀ ਆ, ਸੇਮ ਇੰਸ਼ੋਰੈਂਸ ਸਾਰਾ ਕੁਝ ਉਸ ਦਿਨ ਤੋਂ ਰੀਨਿਊ ਹੋ ਜੂਗੀ, ਬੈਕ ਡੇਟ ਤੋਂ ਨਹੀਂ ਹੋਊਗੀ। ਜਿਸ ਦਿਨ ਤੁਸੀਂ ਆ ਕੇ ਰੀਨਿਊ ਕਰਾਓਗੇ, ਉਸ ਦਿਨ ਤੋਂ ਰੀਨਿਊ ਦੁਬਾਰਾ ਇੰਸ਼ੋਰੈਂਸ ਹੋ ਜੂਗੀ। ਸੋ ਉਸ ਕੇਸ ਦੇ ਵਿੱਚ, ਕਿਉਂਕਿ ਉਹ ਕੈਂਸਲ ਨਹੀਂ ਹੋਈਆਂ ਸੀ ਕਦੇ ਵੀ, ਐਕਸਪਾਇਰਡ ਹੋਈਆਂ ਸੀ, ਉਸ ਕੇਸ ਦੇ ਵਿੱਚ ਆਪਾਂ ਸੇਮ ਪਲੇਟਾਂ ਯੂਜ਼ ਕਰ ਸਕਦੇ ਹਾਂ। ਬਟ ਜੇ ਆਪਾਂ ਮਿਡ ਟਰਮ ਪੋਲਿਸੀ ਚੱਲਦੀ ਤੇ ਕੈਂਸਲ ਕਰਦੇ ਹਾਂ, ਅਤੇ ਨਵੀਆਂ ਪਲੇਟਾਂ ਫਿਰ ਦੁਬਾਰਾ ਤੁਹਾਨੂੰ ਲੈਣੀਆਂ ਪੈਂਦੀਆਂ। ਵਹੀਕਲ ਜਿਹੜਾ ਖੜਾ ਹੈ ਉਹਦਾ ਇੰਸ਼ੋਰੈਂਸ ਮੈਂ ਕੈਂਸਲ ਕਰਵਾ ਦਿੱਤਾ, ਉਹਨੂੰ ਕੋਈ ਡੈਮੇਜ ਹੋ ਜਾਂਦਾ, ਕੁਛ ਨਾ ਕੁਛ ਉੱਥੇ ਕੋਈ ਇੱਦਾਂ ਦੀ ਗੱਲਬਾਤ ਹੋ ਜਾਂਦੀ ਆ, ਉਹਦਾ ਇੰਸ਼ੋਰੈਂਸ, ਖੜੇ ਵਹੀਕਲ ਦਾ ਇੰਸ਼ੋਰੈਂਸ ਵੀ ਹੁੰਦਾ?
ਹਾਂਜੀ, ਸੋ ਬੇਸਿਕਲੀ ਜਦੋਂ ਕੈਂਸਲ ਹੋ ਜਾਂਦੀ ਉਹ 'ਤੇ ਕਿਸੇ ਵੀ ਟਾਈਪ ਦੀ ਇੰਸ਼ੋਰੈਂਸ ਰਹਿੰਦੀ ਨਹੀਂ ਹੈਗੀ। ਸੋ ਸਟਿਲ ਜੇ ਹੁਣ ਆਪਣੇ ਡਰਾਈਵੇ ਦੇ ਵਿੱਚ ਵੀ ਖੜਾ ਰਿਸਕ ਤਾਂ ਹੈਗਾ, ਚੋਰੀ ਵੀ ਹੋ ਸਕਦਾ, ਕੋਈ ਆ ਕੇ ਵਿੱਚ ਜ਼ਰੂਰੀ ਨਹੀਂ ਵਹੀਕਲ ਦੀ ਵਜ੍ਹਾ ਕੋਈ ਹੋਰ ਚੀਜ਼ ਵੀ ਬਚ ਸਕਦੀ ਆ, ਰਾਈਟ। ਸੋ ਉਹਦੀ ਸਟੋਰੇਜ ਪਾਲਿਸੀ ਲੈਣੀ ਚਾਹੀਦੀ ਆ। ਉਹ ਜਦੋਂ ਵਹੀਕਲ ਦੀ ਪਲੇਟਾਂ ਨਹੀਂ ਹੈਗੀਆਂ, ਤੁਸੀਂ ਪਬਲਿਕ ਪਲੇਸਿਸ 'ਤੇ ਵੀ ਨਹੀਂ ਖੜਾ ਕਰ ਸਕਦੇ, ਤੁਸੀਂ ਪ੍ਰਾਈਵੇਟ ਪ੍ਰੋਪਰਟੀ 'ਤੇ ਹੀ ਖੜੀ ਕਰ ਸਕਦੇ ਆ ਕਾਰ। ਸੋ ਜਿੱਦਾਂ ਕਈ ਲੋਕੀ ਰੋਡ 'ਤੇ ਸਾਈਡ ਵਾਕ 'ਤੇ ਕੋਲ ਕਾਰ ਪਾਰਕ ਹੁੰਦੀ ਆ, ਉਹ ਜੇ ਤੁਹਾਡੀ ਕੋਈ ਇੰਸ਼ੋਰੈਂਸ ਐਕਟਿਵ ਨਹੀਂ ਹੈਗੀ, ਤੁਸੀਂ ਉੱਥੇ ਪਾਰਕ ਨਹੀਂ ਕਰ ਸਕਦੇ। ਈਦਰ ਯੂ ਹੈਵ ਟੂ ਬੀ ਔਨ ਯੂਰ ਡਰਾਈਵੇ ਔਰ ਇਨ ਦ ਗਰਾਜ, ਪ੍ਰਾਈਵੇਟ ਪ੍ਰੋਪਰਟੀ 'ਤੇ ਖੜੀ ਹੋਣੀ ਚਾਹੀਦੀ ਆ। ਬਟ ਐਟ ਆਲ ਟਾਈਮ ਸਟੋਰੇਜ ਪਾਲਿਸੀ ਰਿਗਾਰਡਲੈਸ ਉਹ ਰੋਡ 'ਤੇ ਖੜੀ ਆ ਜਾਂ ਉਹ ਪ੍ਰਾਈਵੇਟ ਪ੍ਰੋਪਰਟੀ 'ਤੇ ਖੜੀ ਆ, ਉਹ ਰਿਕੁਆਇਰਡ ਹੈਗੀ ਆ। ਸਟੋਰੇਜ ਪਾਲਿਸੀ ਦੇ ਵਿੱਚ ਬੇਸਿਕਲੀ ਫਾਇਰ, ਥੈਫਟ ਅਤੇ ਵੈਂਡਲਿਜ਼ਮ, ਕੋਈ ਖੜੀ ਨੂੰ ਤੋੜ ਭੰਨ ਜਾਂਦਾ, ਕੋਈ ਸ਼ਰਾਰਤ ਨਾਲ ਤੋੜ ਭੰਨ ਗਿਆ, ਚੋਰੀ ਹੋ ਗਈ, ਰਾਈਟ। ਕੋਈ ਅੱਗ ਲੱਗ ਗਈ ਕਿਸੇ ਵੀ ਰੀਜ਼ਨ ਦੇ ਕਰਕੇ, ਸੋ ਉਹ ਜ਼ਰੂਰੀ ਆ। ਕਈ ਵਾਰੀ ਆਪਾਂ ਸੋਚ ਲੈਂਦੇ ਹਾਂ ਕੋਈ ਨਹੀਂ ਘਰ ਖੜੀ ਆ, ਮੋਸਟ ਕੁਐਸਚਨ ਲੋਕੀ ਜਦੋਂ ਅਸੀਂ ਕਹਿੰਦੇ ਹਾਂ ਸਟੋਰੇਜ ਕਰਾ ਲਓ, ਕਹਿੰਦੇ ਕੋਈ ਨਹੀਂ ਗਰਾਜ 'ਚ ਹੀ ਖੜੀ ਆ। ਬਟ ਗਰਾਜ ਦੇ ਵਿੱਚ ਵੀ ਲੈਸੇ ਘਰ ਨੂੰ ਅੱਗ ਲੱਗ ਜਾਂਦੀ ਆ, ਠੀਕ ਹੈ। ਉਹਨਾਂ ਨੇ ਕਾਰ ਨਹੀਂ ਕਵਰ ਕਰਨੀ, ਕੋਈ ਕਾਰ ਨੇ ਵੀ ਵਿੱਚ ਹੀ ਸਾੜਨਾ ਨਾ, ਉਹਨਾਂ ਨੇ ਕਹਿਣਾ ਕਾਰ ਦੀ ਆਪਣੀ ਇੰਸ਼ੋਰੈਂਸ ਇਹਨੇ, ਆਪਣੀ ਇਹਦੀ ਇੰਸ਼ੋਰੈਂਸ ਨੇ ਉੱਥੇ ਵਰਕ ਕਰਨਾ ਆ, ਭਾਵੇਂ ਉਹ ਤੁਹਾਡਾ ਘਰ ਦੀ ਇੰਸ਼ੋਰੈਂਸ ਨੇ ਤੁਹਾਨੂੰ ਉਹਦੇ ਵਿੱਚ ਕਵਰ ਨਹੀਂ ਕਰਨਾ। ਸੋ ਤੁਸੀਂ ਸਟੋਰੇਜ ਪਾਲਿਸੀ ਲਈਓ ਸੀ, ਉਸ ਕੇਸ ਦੇ ਵਿੱਚ ਤੁਹਾਡੀ ਦੋਨੇ ਚੀਜ਼ਾਂ ਕਵਰ ਹੋਣਗੀਆਂ। ਜੇ ਉਸ ਟਾਈਮ 'ਤੇ ਸਟੋਰੇਜ ਨਹੀਂ ਹੈਗੀ ਸੀਗੀ, ਦੈਨ ਤੁਹਾਡੀ ਕਾਰ ਨਹੀਂ ਕਵਰ, ਭਾਵੇਂ ਕਾਰ ਵੀ ਵਿੱਚੇ ਸੜੀ ਆ। ਅਤੇ ਇਹਦਾ ਫਰਕ ਕਿੰਨਾ ਕੁ ਹੁੰਦਾ ਕਿ ਰੈਗੂਲਰ ਇੰਸ਼ੋਰੈਂਸ ਆ ਜਾਂ ਜਿਹੜੀ ਸਟੋਰੇਜ ਇੰਸ਼ੋਰੈਂਸ ਆ, ਕੋਈ ਜ਼ਿਆਦਾ ਫਰਕ ਹੁੰਦਾ? ਸਟੋਰੇਜ ਕੰਪੇਰੇਟਿਵਲੀ ਕਾਫੀ ਸਸਤੀ ਹੁੰਦੀ ਹੈ, $30 ਤੋਂ ਮਿਨੀਮਮ ਚਾਰਜਸ ਹੈ ਇਹਦੇ। ਸਮ ਟਾਈਮ ਡਿਪੈਂਡਿੰਗ ਔਨ ਦਾ ਵਹੀਕਲ, ਕਈ ਐਕਸਪੈਂਸਿਵ ਵਹੀਕਲ ਆ, ਕਈ ਨੋਰਮਲ 5000 ਤੋਂ ਲੈ ਕੇ 100,000 ਤੱਕ ਹੁਣ ਤੱਕ ਤਾਂ ਜਾਂਦੇ ਆ। ਸੋ ਅਪ ਟੂ 3 ਮੰਥ ਦੀ ਵੀ ਹੋ ਜਾਂਦੀ ਹੈ $30 ਦੇ ਵਿੱਚ। ਸੋ ਮਿਨੀਮਮ ਚਾਰਜਸ ICBC ਦਾ $30 ਆ, ਉਹਦੇ ਵਿੱਚ ਤੁਸੀਂ 1 ਦਿਨ ਦੀ ਲੈ ਲਓ ਚਾਹੇ ਤੁਸੀਂ 30 ਦਿਨਾਂ ਦੀ ਲੈ ਲਓ, ਸਮ ਟਾਈਮ ਪ੍ਰਾਈਸ ਦਾ ਕੋਈ ਫਰਕ ਨਹੀਂ ਪੈਂਦਾ। ਸੋ $30 ਦੇ ਵਿੱਚ 5 ਤੋਂ 6 ਵੀਕਾਂ ਦੀ ਐਵਰੇਜ ਕਾਰ ਦੀ ਇੰਸ਼ੋਰੈਂਸ ਕਵਰ ਕਰ ਲੈਂਦੀ ਆ। ਕਈ ਵਾਰੀ ਸਾਡੇ ਕੋਲ ਵਹੀਕਲ ਖੜ੍ਹਾ ਹੁੰਦਾ, ਸੀ ਸਾਲ 6 ਮਹੀਨੇ ਯੂਜ਼ ਨਹੀਂ ਕਰਦੇ, ਮੁੜ ਕੇ ਸਾਨੂੰ ਲੱਗਦਾ ਸੀ ਇਹਨੂੰ ਵੇਚਣਾ ਆ, ਕਿਸੇ ਨੇ ਆਉਣਾ, ਉਹਨੇ ਚਲਾ ਕੇ ਦੇਖਣਾ ਆ, ਜਾਂ ਅਸੀਂ ਕਿਤੇ ਜਾ ਕੇ ਦਿਖਾਉਣਾ ਆ। ਮਹੀਨੇ ਤੋਂ ਘੱਟ ਦੀ ਇੰਸ਼ੋਰੈਂਸ ਮਿਲ ਸਕਦੀ ਹੈ, ਵੀ ਹਫਤੇ ਦੀ ਇੰਸ਼ੋਰੈਂਸ ਮਿਲ ਜਾਵੇ, ਇਸ ਹਫਤੇ ਦੇ ਵਿੱਚ ਮੈਂ ਇਹਨੂੰ ਇਹਦਾ ਇੰਸ਼ੋਰੈਂਸ ਕਰਾ ਲਾਂ ਅਤੇ ਡਰਾਈਵ ਕਰ ਸਕਾਂ? ਹਾਂਜੀ, ਸੋ ਤੁਸੀਂ ਪਰਮਿਟ ਲੈ ਸਕਦੇ ਆ। ਪਰਮਿਟ ਅਪ ਟੂ 14 ਡੇਜ਼ ਲਈ ਲੈ ਸਕਦੇ ਹੁੰਦੇ, 2 ਵੀਕਾਂ ਦਾ। ਸੋ 1 ਦਿਨ ਲਈ ਲੈਣਾ, 2 ਦਿਨਾਂ ਲਈ ਲੈਣਾ, ਜਾਂ 5 ਦਿਨਾਂ ਲਈ ਲੈਣਾ, ਜਾਂ ਜਸਟ ਵੀਕਐਂਡ 'ਤੇ ਕਈ ਗੱਡੀਆਂ ਹੁੰਦੀਆਂ ਕਿ ਲੋਕ ਵੀਕਐਂਡ ਕਾਰਸ ਹੀ ਰੱਖਦੇ ਆ, ਸੋ ਵੀਕਐਂਡ 'ਤੇ ਯੂਜ਼ ਕਰਨੀ ਹੈ, ਸੋ ਉਸ ਦਿਨਾਂ ਲਈ ਤੁਸੀਂ ਪਰਮਿਟ ਲੈ ਸਕਦੇ ਆ। ਉਹਨਾਂ ਥੋੜ੍ਹੀ ਜਿਹੀ ਪ੍ਰਾਈਸ ਹਾਇਰ ਹੁੰਦੀ ਹੈ ਬਿਕਾਜ਼ ਦੈਟਸ ਦਾ ਐਵਰੇਜ ਰੇਟ, ਉੱਤੇ ਤੁਹਾਡਾ ਡਿਸਕਾਊਂਟ ਨਹੀਂ ਅਪਲਾਈ ਹੁੰਦਾ। ਉਹਨਾਂ ਦੇ ਸਟੈਂਡਰਡ ਰੇਟਿੰਗ ਹੀ ਹੈਗੀ ICBC ਦੀ, ਸੋ ਉਹੀ ਸਟੈਂਡਰਡ। ਸੋ ਜੇ 1 ਡੇ ਦੀ ਇੰਸ਼ੋਰੈਂਸ ਲੈਂਦੇ ਆ $38 to $40 ਤੁਹਾਡੀ 1 ਡੇ ਦੀ ਇੰਸ਼ੋਰੈਂਸ ਬਣਦੀ ਹੈ। ਸੋ ਉਹਦੇ ਵਿੱਚ ਤੁਹਾਡਾ ਆਪਣਾ ਡਿਸਕਾਊਂਟ ਐਪਲੀਕੇਬਲ ਨਹੀਂ ਹੁੰਦਾ, ਉਹ ਸਟੈਂਡਰਡ ਰੇਟ ਆ। ਜਿਹਦੇ ਕੋਲ 1 ਸਾਲ ਦਾ ਐਕਸਪੀਰੀਅੰਸ ਉਹਨੂੰ ਵੀ $40 ਲੱਗਣੇ ਆ, ਜਿਹਦੇ ਕੋਲ 25 ਸਾਲ ਦਾ ਐਕਸਪੀਰੀਅੰਸ ਉਹਨੂੰ ਵੀ $40 ਲੱਗਣੇ ਆ। ਅਤੇ ਪਲੇਟਸ ਕਈ ਵਾਰੀ ਚੋਰੀ ਹੋ ਜਾਂਦੀਆਂ, ਇਹਦਾ ਫਿਰ ਕੀ ਹੱਲ ਹੁੰਦਾ ਜੀ? ਸੋ ਬੇਸਿਕਲੀ ਜਦੋਂ ਪਲੇਟਾਂ ਚੋਰੀ ਹੋ ਜਾਂਦੀਆਂ ਨਾ, ਸਾਨੂੰ ਪੁਲਿਸ ਨੂੰ ਤੁਹਾਨੂੰ ਰਿਪੋਰਟ ਕਰਨਾ ਪੈਂਦਾ, ਸਾਨੂੰ ਪੁਲਿਸ ਫਾਈਲ ਨੰਬਰ ਲੋੜ ਪੈਂਦੀ ਆ ICBC ਦੇ ਸਿਸਟਮ ਦੇ ਵਿੱਚ ਪਾਉਣ ਲਈ। ਸੋ ਕਈ ਵਾਰੀ ਕਲਾਇੰਟ ਉਹ ਹੀ ਡਰ ਜਾਂਦੇ ਵੀ ਉਹ ਮਾਈ ਗੋਡ ਸਾਨੂੰ ਪੁਲਿਸ ਨੂੰ ਰਿਪੋਰਟ ਕਰਨੀ, ਪਤਾ ਨਹੀਂ ਕੀ ਹੋਣਾ ਹੈ। ਬਟ ਇਟਸ ਜਸਟ ਅ ਸਿੰਪਲ ਪ੍ਰੋਸੈਸ ਹੈਗੀ ਆ। ਸੋ ਜਸਟ ਟੂ ਸੇਫਲੀ ਹੈਲਪ ਕਲਾਇੰਟ ਐਂਡ ਆਲਸੋ ਫॉर ਦਾ ਪੁਲਿਸ, ਬਿਕਾਜ਼ ਜੇ ਤੁਹਾਡੀ ਪਲੇਟ ਕਿਸੇ ਨੇ ਰੋਂਗਲੀ ਯੂਜ਼ ਹੋਈ ਹੈ, ਬਿਕਾਜ਼ ਉਹ ਪਲੇਟ ਤੁਹਾਡੇ ਅੰਡਰ ਹੈਗੀ ਸੀਗੀ, ਕਿਸੇ ਨੇ ਮੇ ਬੀ ਹੁਣ ਨਿਊ ਸਿਸਟਮ ਦੇ ਵਿੱਚ ਮੇ ਬੀ ਥੋੜ੍ਹਾ ਬੈਟਰ ਹੋ ਜਾਊਗਾ, ਬਟ ਪੁਰਾਣੇ 'ਚ ਕੀ ਹੁੰਦਾ ਸੀਗਾ ਵੀ ਤੁਸੀਂ ਕੋਈ ਕਿਸੇ ਨੇ ਮਿਸਯੂਜ਼ ਕਰਨ ਲਈ, ਕੋਈ ਚੋਰੀ ਕਰਨ ਲਈ, ਜਾਂ ਪੁਲਿਸ ਤੋਂ ਬਚਣ ਲਈ ਐਕਸਪਾਇਰ ਕਾਰ 'ਤੇ ਰੋਂਗ ਪਲੇਟਾਂ ਲਾ ਕੇ ਚਲਾ ਰਿਹਾ ਆ, ਰਾਈਟ। ਪਲੇਟ ਤੁਹਾਡੇ 'ਤੇ ਸੀ ਜਦੋਂ ਪੁਲਿਸ ਦੀ ਕਸਟਡੀ 'ਚ ਆ ਗਈ ਜਾਂ ਐਕਸੀਡੈਂਟ ਹੋਇਆ, ਸੋ ਬੇਸਿਕਲੀ ਟੈਕਨੀਕਲੀ ਲਾਇਬਿਲਿਟੀ ਤੁਹਾਡੀ ਆ, ਜਾਂ ਉਹਨਾਂ ਕੋਈ ਵੀ ਕ੍ਰਾਈਮ ਹੋ ਗਿਆ ਬੀਇੰਗ ਦੈਟ ਪਲੇਟ। ਸੋ ਉਹ RCMP ਨੂੰ ਪਤਾ ਹੋਣਾ ਚਾਹੀਦਾ, ਜਾਂ ਪੁਲਿਸ ਨੂੰ, ਤੁਹਾਡੀ ਲੋਕਲ ਪੁਲਿਸ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਪਲੇਟ ਲੋਸਟ ਜਾਂ ਸਟੋਲਨ ਦੇ ਵਿੱਚ ਆਲਰੇਡੀ ਸਾਡੇ ਕੋਲ ਰਿਕਾਰਡਡ ਆ, ਸੋ ਦਿਸ ਇਜ਼ ਨਾਟ ਦ ਵਨ ਹੂ ਡਿਡ ਦ ਕ੍ਰਾਈਮ। ਸੋ ਉਹ ਚੀਜ਼ ਲਈ ਤੁਹਾਨੂੰ ਰਿਪੋਰਟ ਕਰਨੀ ਪੈਂਦੀ ਹੈ। ਤੁਸੀਂ ਨੋਨ ਐਮਰਜੈਂਸੀ ਨੰਬਰ 'ਤੇ ਮੋਸਟਲੀ
8 ਵਜੇ ਤੱਕ ਸਾਰੀ ਜਿਹੜੇ ਨੌਨ ਐਮਰਜੈਂਸੀ ਨੰਬਰ ਓਪਨ ਹੁੰਦੇ ਆ, ਤੁਸੀਂ ਜਸਟ ਫੋਨ ਕਰਕੇ ਉਹਨਾਂ ਨੇ ਬੇਸਿਕ ਇਨਫੋਰਮੇਸ਼ਨ ਪੁੱਛਦੇ ਆ ਤੇ ਉਹਨਾਂ ਨੂੰ ਪੁਲਿਸ ਫਾਈਲ ਨੰਬਰ ਦਿੰਦੇ ਆ। ਸੋ ਦੇਰ ਇਜ਼ ਨੋ ਮਚ ਇਨਫੋਰਮੇਸ਼ਨ ਨੀਡਡ, ਓਨਲੀ ਅਬਾਊਟ ਦਾ ਕਾਰ, ਕਿੱਥੇ ਤੁਸੀਂ ਪਲੇਟ ਦੇਖੀ ਸੀਗੀ, ਕਿਹੜੀ ਕਾਰ ਚਲਾਉਂਦੇ ਆ, ਕਦੋਂ ਤੁਸੀਂ ਦੇਖੀ ਸੀਗੀ, ਬੇਸਿਕ ਇਨਫੋਰਮੇਸ਼ਨ ਅਬਾਊਟ ਕਾਰ ਦੀ ਪੁੱਛਦੇ ਆ। ਤੇ ਨਾ ਤੁਹਾਨੂੰ ਪੁਲਿਸ ਫਾਈਲ ਨੰਬਰ ਦਿੰਦੇ ਓਵਰ ਦਾ ਫੋਨ, ਯੂ ਡੋਂਟ ਹੈਵ ਟੂ ਗੋ ਐਂਡ ਵਿਜ਼ਿਟ ਦਾ ਪੁਲਿਸ ਸਟੇਸ਼ਨ। ਤੇ ਜੇ ਮੰਨ ਲਓ ਚੋਰੀ ਨਹੀਂ ਹੋਈ, ਵੈਸੇ ਹੀ ਨੱਠ ਢਿੱਲਾ ਸੀ, ਕਿਤੇ ਡਿੱਗ ਪਈ, ਉਹਦੇ ਲਈ ਵੀ ਪੁਲਿਸ ਕੋਲ ਜਾਣਾ ਪੈਂਦਾ ਕਿ ਉਹ ਦੁਬਾਰਾ ਰੀਇਸ਼ੂ ਹੋ ਜਾਂਦੀ ਹੈ? ਨਹੀਂ, ਦੋਨੇ ਕੇਸਿਸ ਦੇ ਵਿੱਚ ਪੁਲਿਸ ਨੂੰ ਰਿਪੋਰਟ ਕਰਨੀ ਪੈਂਦੀ ਹੈ, ਬਿਕਾਜ਼ ਜੇ ਤੁਸੀਂ ਡਿੱਗੀ ਆ ਦੈਨ ਯੂ ਕੈਨ ਨਾਟ, ਯੂ ਡੋਂਟ ਨੋ ਇਟਸ ਡਿੱਗੀ ਆ ਜਾਂ ਚੋਰੀ ਹੋਈ ਆ, ਰਾਈਟ। ਜੇ ਤੁਸੀਂ ਦੇਖ ਲਿਆ ਵੀ ਡਿੱਗੀ ਆ ਦੈਨ ਯੂ ਕੈਨ ਗ੍ਰੈਬ ਇਟ, ਪਰ ਤੁਹਾਨੂੰ ਪਤਾ ਹੀ ਨਹੀਂ ਵੀ ਉਹ ਚੋਰੀ ਹੋਈ ਕਿ ਡਿੱਗੀ ਆ। ਦੋਨੇ ਕੇਸਿਸ ਦੇ ਵਿੱਚ ਡਿੱਗ ਵੀ ਗਈ ਆ, ਲੈਸੇ ਤੁਹਾਨੂੰ ਪਤਾ ਵੀ ਉਹ ਡਿੱਗੀ ਆ, ਦੈਨ ਉਹ ਮੇ ਵੀ ਕਿਸੇ ਰੋਂਗ ਹੱਥ 'ਤੇ ਨਹੀਂ ਚੱਲ ਗਈ ਕਿਤੇ। ਇਸੇ ਲਈ ਤੁਹਾਨੂੰ ਪੁਲਿਸ ਨੂੰ ਇੱਕ ਵਾਰੀ ਰਿਪੋਰਟ ਕਰਨੀ ਤੁਹਾਡੇ ਲਈ ਜ਼ਿਆਦਾ ਬੈਨੀਫਿਟ ਆ ਦੈਨ ਐਨੀ ਅਦਰ ਪਰਸਨ। ਆਖਰ ਦੇ ਵਿੱਚ ਸਾਨੂੰ ਕੰਟੈਕਟ ਨੰਬਰ ਦੱਸਿਓ ਜੀ, ਕਿਸੇ ਨੇ ਜਾਣਕਾਰੀ ਲੈਣੀ ਹੈ ਐਮਸੀ ਇੰਸ਼ੋਰੈਂਸ ਤੇ ਕਿੱਥੇ ਕਾਲ ਕਰ ਸਕਦੇ? ਸ਼ੋਰ, ਹਾਂਜੀ, ਅਸੀਂ ਆਲਵੇਜ਼ ਕਹਿੰਦੇ ਹਾਂ ਜੇ ਕੋਈ ਹੋਰ ਕੁਐਸਚਨ ਹੈਗਾ ਆ ਤੁਸੀਂ ਆਲਵੇਜ਼ ਸਾਨੂੰ ਕੰਟੈਕਟ ਕਰੋ, ਸਾਡੇ ਪ੍ਰੋਫੈਸ਼ਨਲ ਆਲਵੇਜ਼ ਤੁਹਾਡੇ ਲਈ ਰੈਡੀ ਹੁੰਦੇ ਆ। ਤੁਸੀਂ ਸਾਨੂੰ ਐਨੀ ਬ੍ਰਾਂਚ 'ਤੇ ਕਾਲ ਕਰ ਸਕਦੇ ਆ 6045076666। ਵੀ ਆਰ ਲੋਕੇਟਡ ਔਨ ਜੋਰਕ ਬਿਜ਼ਨਸ ਸੈਂਟਰ 128 ਐਂਡ 80th ਪਲਾਜ਼ਾ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ। ਦੋਸਤੋ, ਗੁਰਨੀਤ ਕੌਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਕੋਈ ਵੀ ਤੁਹਾਡਾ ਇਸ ਮਾਮਲੇ ਦੇ ਵਿੱਚ ਸਵਾਲ ਆ, ਏਐਮਸੀ ਇੰਸ਼ੋਰੈਂਸ ਨੂੰ ਕਾਲ ਕਰ ਲਓ, ਤੁਹਾਨੂੰ ਫ੍ਰੀ ਸਲਾਹ ਦੇਣਗੇ, ਤੁਹਾਨੂੰ ਕੋਈ ਵੀ ਸਵਾਲ ਆ ਉਹਦਾ ਜਵਾਬ ਦੇਣਗੇ। ਕਿਸੇ ਵੇਲੇ ਵੀ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਜਾਣਕਾਰੀ ਲੈ ਸਕਦੇ ਹੋ, ਇੰਸ਼ੋਰੈਂਸ ਲੈ ਸਕਦੇ ਹੋ। ਕੈਮਰਾਮੈਨ ਅਮਿਤ ਮਨੀਸਰ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।